प्यारे दर्शकों, तुहाडा पंजाबनामा शो दे विच निੱਘਾ स्वागत है। इस शो दे विच मेरे नाल प्रोफैसर खुशहाल सिंह हैं। उन्हां नाल गल करांगे कि अज जिहड़ी बिहार की राजनीति उहदे च वड्डा उल्टफेर होया। जिहड़े मुख मंत्री ने नीतीश कुमार, उन्होंने भाजपा का साथ छड्ड दिता। भाजपा नूं एक वड्डा झटका बिहार की सियासत च लगा। हुण उन्होंने मुख मंत्री तो पहला अस्तीफा दिता सी, उस तो एक घंटे के बाद नीतीश कुमार ने RJD, लालू प्रसाद की पार्टी, कांग्रेस ते खब्बियां पार्टियां दे नाल मिल के नवीं सरकार बनाउण दा दावा पेश किया। उन्हां कोल सरकार बनाउण लई वध MLA ने, 140 तो वध MLA उन्हां दे नाल ने। खब्बियां पार्टियां दे विचों जिन्हां दे कोल उत्थों की सियासत दे विच 16 MLA ने, उन्हां कहा कि असी सरकार की मदद करांगे बाहर रह के। सो जिहड़ी भारत की सियासत है, जिवें पिछले कुछ महीनों तो चल रही सी, जिवें अपने महाराष्ट्र दे विच सरकार तोड़ी गई, नवीं सरकार बनाई गई बीजेपी ने, उत्थे भी इस किस्म के जतन जिहड़े चल रहे थे। इहदा इंकशाफ जिहड़ा उत्थों दे जिहड़े मुख मंत्री है नीतीश कुमार ने किया। उन्होंने कहा कि मेरी पार्टी नूं तोड़न दे जतन किए, साडे विधायकां नूं पैसे देण दे जतन किए गए। दूजे पासे बीजेपी ने नीतीश कुमार के उपर दोष लाया कि नीतीश कुमार जिहड़ी है उन्होंने जो सानू वर्डिक्ट मिलिया सी, जो लोगों ने फतवा दिता सी, उहदे खिलाफ जिहड़ा राज दे लोकां नाल धोखा किया। राज दे लोग इस गल नूं बर्दाश्त नहीं करनगे। सो प्रेस साहब, जिहड़ा बिहार की राजनीति दे विच अज उल्टफेर होया, जो कुछ घटनाक्रम वापरिया, ये जिहड़ा बीजेपी जिस पासे वाल नूं लैके जाना चाहुंदी सी, जिस तरीके नाल पिछले दिनी जिहड़े बीजेपी के प्रधान JP नड्डा उन्होंने बयान दिता सी कि अगलियां चोणां तक जिहड़ी है कोई खेतरी पार्टी नहीं रह गई, खेतरीਆਂ पार्टियां का दौर जिहड़ा जांदा रहा। वो सारी सियासत दे विच तुसीं जो कुछ अज बिहार दे विच वापरिया, इहनूं किवें देखदे हो? जिहड़ा उन्होंने दावा पेश करता पहला अस्तीफा दिता, ये मेरे ख्याल मुताबिक तां बीजेपी नूं एक वड्डा झटका जिहड़ा लगा है। इहदे बारे तुसीं कहना चाहुंदे हो? जम्मू साहब जी, जिहड़ा बिहार दे विच सारा सियासी होया माहौल बनिया आ, ਇਹਦੇ ਪਿਛੋਕੜ ਵਿੱਚ ਜਾਈਏ ਤਾਂ ਕਾਫੀ ਸਾਨੂੰ ਸਮਝ ਆਏਗੀ ਇਸ ਗੱਲ ਦੀ ਕਿ ਘੱਟੋ ਘੱਟ 2-3 ਦਹਾਕਿਆਂ ਤੋਂ ਜਿਸ ਤਰ੍ਹਾਂ ਦੀ ਐਕਸਰਸਾਈਜ਼ ਹੋ ਰਹੀ ਹੈ ਭਾਰਤ ਵਿੱਚ, ਜਿਹੜੀ ਖੇਤਰੀ ਪਾਰਟੀਆਂ ਨੇ ਉਹਨਾਂ ਦਾ ਜਿਹੜਾ ਆਧਾਰ ਹੈ ਖਤਮ ਕਰਨ ਦੇ ਵਾਲੇ ਪਾਸੇ ਨੂੰ ਵਧਿਆ ਜਾ ਰਿਹਾ ਸੀ। ਸਾਰੇ ਅਸੀਂ ਦੇਖਦੇ ਹਾਂ ਅੱਜ ਵੀ ਜਿਹੜਾ ਕੱਲ੍ਹ ਵੀ ਬਿਜਲੀ ਬਿੱਲ ਪਾਸ ਕੀਤਾ ਹੈਗਾ, ਉਹ ਵੀ ਜਿਹੜਾ ਫੈਡਰਲ ਢਾਂਚੇ ਬਿਜਲੀ ਬਿੱਲ ਪੇਸ਼ ਕੀਤਾ ਤਾਂ ਉਹ 27 ਸੰਸਦੀ 27 ਕਮੇਟੀ ਨੂੰ ਦੇ ਦਿੱਤਾ ਗਿਆ, ਕਮੇਟੀ ਨੂੰ ਦਿੱਤਾ। ਉਹ ਉਧਰ ਸੀ ਐਜੂਕੇਸ਼ਨ ਦਾ ਦੇਖ ਲਈਏ, ਨੈਸ਼ਨਲ ਪਾਲਿਸੀ ਆਈ ਹੈ, ਹੋਰ ਜਿਹੜਾ ਪਹਿਲਾਂ ਨਾਗਰਿਕਤਾ ਸੋਧ ਬਿੱਲ ਆਇਆ ਉਹਦੇ 'ਚ, ਤੇ ਇਹ ਸਾਰਾ ਕੁਛ ਜਿਹੜਾ ਉਧਰ ਨੂੰ ਜਾਂਦਾ ਸੀਗਾ। ਲੇਕਿਨ ਇਹਦੇ ਵਿੱਚ ਜਿਹੜੀਆਂ ਸਾਡੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਦਾ ਵੀ ਰੋਲ ਹੈਗਾ ਆ, ਕਿਉਂਕਿ ਸਾਡੇ ਇੱਥੇ ਭਾਵੇਂ ਪੰਜਾਬ ਦੇ ਵਿੱਚ ਅਕਾਲੀ ਦਲ ਹੈ, ਸਾਡੇ ਨਾਲ ਦੇ ਸੂਬੇ ਦੇ ਵਿੱਚ ਲੋਕ ਦਲ ਚੌਧਰੀ ਦੇਵੀ ਲਾਲ ਦਾ ਸੀ, ਇਸੇ ਤਰ੍ਹਾਂ ਜੈ ਲਲਿਤਾ ਦਾ। ਇਹ ਸਾਰੇ ਜਿਹੜੇ ਆਪਣੇ ਵੀ ਬਹੁਤ ਸਾਰੇ ਜਿਹੜੀ ਖੇਤਰੀ ਪਾਰਟੀਆਂ ਦੇ ਉਹਨਾਂ ਦੀਆਂ ਆਪਣੀਆਂ ਕਮਜ਼ੋਰੀਆਂ ਉਹਦੇ ਵਿੱਚ ਹੈਗੀਆਂ ਨੇ। ਉਸ ਤੋਂ ਇਲਾਵਾ ਜਿਹੜਾ ਇੱਥੇ ਇਵੇਂ ਦਾ ਮਾਹੌਲ ਜਿਹੜਾ ਰਾਸ਼ਟਰਵਾਦ ਦਾ ਇੱਕ ਜਿਹੜਾ ਨੈਰੇਟਿਵ ਸਿਰਜ ਕੇ ਇਸ ਪਾਸੇ ਲਿਜਾਇਆ ਜਾ ਰਿਹਾ ਹੈ ਕਿ ਜਿਵੇਂ ਇੱਥੇ ਕਿਸੇ ਦਿਨ ਨੂੰ ਜਿਹੜੀਆਂ ਦੂਜੀਆਂ ਪਾਰਟੀਆਂ ਮੇਰੇ ਖਿਆਲ ਪ੍ਰੈਸ ਸਾਹਿਬ, ਜਿਹੜਾ ਬਿਹਾਰ ਆ, ਬਿਹਾਰ ਦੀ ਰਾਜਨੀਤੀ ਦੇ ਵਿੱਚ ਜਿਹੜੀਆਂ ਨੀਤੀਸ਼ ਕੁਮਾਰ ਨੇ 3-4 ਪਲਟੀਆਂ ਮਾਰੀਆਂ। ਪਹਿਲਾਂ ਉਹਨਾਂ ਨੇ ਜਿਹੜੀ ਪਿਛਲੀ ਚੋਣ ਸੀਗੀ ਉਹ ਜਿਹੜੀ ਆ ਜਿੱਤੀ ਸੀ ਲਾਲੂ ਦੇ ਨਾਲ। ਲਾਲੂ ਤੋਂ ਕੁਝ ਸਮਾਂ ਉਹਨਾਂ ਨੇ ਸਰਕਾਰ ਚਲਾਈ, ਉਹ ਤੋਂ ਬਾਅਦ ਫਿਰ ਉਹਨਾਂ ਛੱਡ ਦਿੱਤਾ, ਫਿਰ ਉਹ BJP ਨਾਲ ਚਲੇ ਗਏ। ਫਿਰ ਜਿਹੜੀ ਆ BJP ਨੇ ਸਰਕਾਰ ਬਣਾਈ, ਹੁਣ ਉਹਨਾਂ ਨੇ ਉਹ ਸਰਕਾਰ ਛੱਡਤੀ। ਹੁਣ ਫਿਰ ਜਿਹੜੇ ਲਾਲੂ ਨਾਲ ਕਾਂਗਰਸ ਨਾਲ ਉਹ ਚਲੇ ਗਏ, ਉਹਨਾਂ ਨਾਲ ਮਿਲ ਕੇ ਸਰਕਾਰ ਬਣਾਉ। ਹਾਂਜੀ, ਇਹ ਜਿਹੜਾ ਇਹਦੇ ਤੇ ਲਾਲੂ ਜਿਹੜਾ ਨੀਤੀਸ਼ ਕੁਮਾਰ ਹੈ, ਇਹਦੇ ਤੇ ਕਿੰਨਾ ਭਰੋਸਾ ਕੀਤਾ ਜਾ ਸਕਦਾ ਇਹਨਾਂ ਜੇ 2-3 ਪਾਰਟੀਆਂ ਮਾਰੀਆਂ? ਵੇਖੋ ਜੰਮੂ ਸਾਹਿਬ ਜੀ, ਸਿਆਸਤ ਵਿੱਚ ਜਿਹੜੀ ਸਥਾਈ ਨਾ ਦੋਸਤੀਆਂ ਚੱਲਦੀਆਂ ਨਾ ਦੁਸ਼ਮਣੀਆਂ ਚੱਲਦੀਆਂ। ਇਹ ਤੇ ਹਰੇਕ ਕੋਈ ਬੰਦਾ ਭਗਤੀ ਕਰਨ ਤਾਂ ਆਇਆ ਨਹੀਂ, ਇੱਥੇ ਹਰੇਕ ਆਪਣੇ ਉਹਨਾਂ ਨੇ ਇੱਕ ਰਾਜਨੀਤਿਕ ਗੋਲ ਪ੍ਰਾਪਤ ਕਰਨਾ ਹੁੰਦਾ ਹੈ, ਉਹ ਸੱਤਾ ਦੀ ਪ੍ਰਾਪਤੀ ਹੁੰਦਾ ਆ। ਉਹ ਸੱਤਾ ਦੀ ਪ੍ਰਾਪਤੀ ਵਾਸਤੇ ਹੀ ਜਿਹੜਾ ਪਹਿਲਾਂ ਲਾਲੂ ਨਾਲੋਂ ਵੀ ਜਿਹੜਾ ਉਹਨਾਂ ਦਾ ਅਲੱਗ ਹੋਣਾ, ਤੇ ਬਾਅਦ ਵਿੱਚ ਉਹਨਾਂ ਦਾ ਆਪਣਾ ਇੱਕ ਬਹੁਤ ਵੱਡਾ ਜੰਮੂ ਸਾਹਿਬ ਜੀ ਕਿਰਦਾਰ ਜਿਹੜਾ ਕੱਦ ਸੀਗਾ, ਖਾਸ ਕਰਕੇ ਬਿਹਾਰ ਦੀ ਸਿਆਸਤ ਦੇ ਵਿੱਚ। ਉਹਦੇ ਉਹ ਇੱਕ ਜਿਵੇਂ ਦੇ ਕਬੀਲੇ ਤੋਂ, ਜਿਸ ਤਰ੍ਹਾਂ ਦੇ ਟਰਾਈਬ ਤੋਂ ਆਏ ਸੀ, ਮਾਝੀ ਉਹਨਾਂ ਦੀ ਇੱਕ ਹੈਗਾ ਜਿਹਦੇ ਵਿੱਚ ਉਹ ਰਿਪਰੈਜ਼ੈਂਟ ਕਰਦੇ ਹੈ। ਉਹ ਕਾਫੀ ਬੈਕਵਰਡ ਏਰੀਆ ਦੇ ਕੁਰਮੀਆਂ ਨੂੰ ਜਿਹੜੇ ਆ ਉਹ ਰਿਪਰੈਜ਼ੈਂਟ ਕਰਦੇ, ਜਾਦਵਾਂ ਨੂੰ ਲਾਲੂ ਪ੍ਰਸਾਦ ਯਾਦਵ ਕਰਦੇ ਆ, ਜਿਹੜੇ ਉਹਨਾਂ ਤੋਂ ਥੋੜੇ ਉੱਪਰ ਕਾਸਟ ਕਿਹਾ ਜਾਂਦਾ ਹੈ, ਉਹਦੇ ਵਿੱਚੋਂ ਆਏ ਆ ਉਹ। ਤੇ ਉਹਦੇ ਕਰਕੇ ਹੁਣ ਜਿਹੜੇ ਸੀਗਾ ਉਹਦਾ ਇੱਕ ਵੱਡਾ ਆਪਣਾ ਕੱਦ ਸੀਗਾ। ਇੱਕ ਸਮੇਂ ਤੇ ਜਦੋਂ 350 ਸਾਲਾ ਮਨਾਇਆ ਗਿਆ ਸੀਗਾ ਪਹਿਲੀ ਵਾਰੀ,
ਉਸ ਸਮੇਂ ਇਵੇਂ ਲੱਗਦਾ ਸੀਗਾ ਕਿ ਜਿਹੜਾ ਇਹ ਕਦੀ ਜਿਹੜਾ ਪ੍ਰਧਾਨ ਮੰਤਰੀ ਦੇ ਵੀ ਵਿਰੋਧੀ ਧਿਰ ਵੱਲੋਂ ਜਾਂ ਗੈਰ ਭਾਜਪਾਈ ਦਲਾਂ ਵੱਲੋਂ ਇਹ ਉਮੀਦਵਾਰ ਬਣ ਸਕਦੇ ਸੀਗੇ। ਲੇਕਿਨ ਉਦੋਂ ਵੀ ਇਹਨਾਂ ਨੇ ਹੈਰਾਨ ਕਰਤਾ ਜਦੋਂ ਬੀਜੇਪੀ ਨਾਲ ਜਾ ਕੇ ਇਹਨਾਂ ਨੇ ਉਹ ਜਿਹੜਾ ਉਹਨਾਂ ਨਾਲ ਹੱਥ ਮਿਲਾਇਆ। ਤੇ ਉਦੋਂ ਤੋਂ ਅੱਗੇ ਖੈਰ ਮੈਨੂੰ ਲੱਗਦਾ ਕਿ ਜਿੰਨੇ ਜਿਹੜੇ ਸਿਆਸੀ ਪੰਡਤ ਆ ਉਹ ਦੱਸ ਸਕਦੇ ਆ ਕਿ ਕੋਈ ਨਤੀਸ਼ ਨੂੰ ਬਹੁਤਾ ਵੱਡਾ ਫਾਇਦਾ ਨਹੀਂ ਹੋਇਆ ਉਹਦੀ ਪਾਰਟੀ ਦੇ ਵਿਕਾਸ ਵਜੋਂ। ਜੇ ਅਸੀਂ ਕਹੀਏ ਉਹਦਾ ਆਧਾਰ ਹੈ ਜਿਹੜਾ ਉਹ ਤਾਂ ਖੁਰਿਆ ਆ। ਜਦੋਂ ਵੀ ਕਿਸੇ ਵੱਡੀ ਪਾਰਟੀ ਨਾਲ ਕੋਈ ਛੋਟੀ ਪਾਰਟੀ ਜਾਊਗੀ ਤੇ ਉਹਦਾ ਆਧਾਰ ਹਮੇਸ਼ਾ ਖਤਰਾ ਬਣਿਆ ਰਹਿੰਦਾ। ਦੂਸਰਾ ਇੱਕ ਬੀਜੇਪੀ ਦਾ ਆਪਣਾ ਜਿਹੜਾ ਆ ਕੰਮ ਕਰਨ ਦਾ ਸਟਾਈਲ ਹੈ, ਉਹ ਉਹਨਾਂ ਨੇ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਉਹਨਾਂ ਨਾਲ ਮਿਲੀਆਂ, ਭਾਵੇਂ ਉਹ ਨੈਸ਼ਨਲ ਕਾਨਫਰੰਸ ਇੱਥੋਂ ਦੀ ਹੋਵੇ, ਆਪਣੇ ਜੰਮੂ ਵਿੱਚ ਜਿਹੜੀ ਮਿਲੀ ਸੀ ਮਹਿਬੂਬਾ ਵਾਲੀ ਸੀ, ਹੋਰ ਵੀ ਥਾਵਾਂ ਦੇ ਉੱਤੇ ਉਹਨਾਂ ਨੇ ਆਪਣੇ ਸ਼ਿਵ ਸੈਨਾ ਨੂੰ, ਆਪਣੇ ਜਿਹੜੇ ਭਾਈਵਾਲ ਸੀ ਉਹਨਾਂ ਨੂੰ ਠਿੱਬੀ ਲਾਉਣ ਦੀ ਹਮੇਸ਼ਾ ਜਿਹੜਾ ਉਹ ਕੋਸ਼ਿਸ਼ ਕੀਤੀ ਹੈ। ਤੇ ਇਹਦੇ ਵਿੱਚ ਨਤੀਸ਼ ਨੂੰ ਹੁਣ ਮੌਕੇ 'ਤੇ ਸੀਗਾ ਕਿ ਜਾਂ ਤਾਂ ਉਹ ਬਿਲਕੁਲ ਆਪਣੇ ਆਪ ਨੂੰ ਸਰੈਂਡਰ ਕਰਨ ਦੇ ਬੀਜੇਪੀ ਦੇ ਵਿੱਚ, ਤੇ ਉਹਨਾਂ ਦੀ ਆਪਣੀ ਜਿਹੜੀ ਆਪਣਾ ਵੋਟ ਬੈਂਕ ਸੀ, ਇੱਕ ਆਪਣਾ ਆਧਾਰ ਹੁੰਦਾ ਆ, ਉਹ ਜਿਹੜਾ ਲਗਾਤਾਰ ਖੋਰਾ ਲੱਗ ਰਿਹਾ ਸੀਗਾ। ਉਹਦੇ ਬਚਾ ਕੇ ਰੱਖਣ ਵਾਸਤੇ ਉਹ ਜ਼ਰੂਰੀ ਸੀਗਾ ਕਿ ਉਹ, ਕਿਉਂਕਿ ਹੁਣ ਜਿਹੜਾ ਸਮਾਂ ਆਉਣ ਵਾਲਾ ਆ ਉਹਦੇ 'ਤੇ ਤੁਸੀਂ ਇੱਕ ਰਾਸ਼ਟਰਵਾਦ ਨੂੰ ਜਿੱਥੋਂ ਤੱਕ ਲੈ ਕੇ ਜਾਣਾ ਸੀ ਲੈ ਚੁੱਕੇ ਹੋ। ਇਦੋਂ ਬਾਅਦ ਹੁਣ ਰਾਸ਼ਟਰਵਾਦ ਤੁਹਾਨੂੰ ਪੋਲੀਟੀਕਲੀ ਬਹੁਤਾ ਫਾਇਦਾ ਨਹੀਂ ਦੇ ਸਕਦਾ। ਉਹਨਾਂ ਸਟੇਟਾਂ ਦੇ ਵਿੱਚ ਇੰਨੀ ਗਰੀਬੀ ਹੈ, ਇੰਨੇ ਲੋਕਾਂ ਦੇ ਮਸਲੇ ਹੈ, ਉਹ ਤੁਹਾਨੂੰ ਖੇਤਰੀ ਲੋਕਾਂ ਦੀਆਂ ਸਮੱਸਿਆਵਾਂ, ਲੋਕਾਂ ਦੇ ਗੱਲਬਾਤ ਹੈ, ਉਹਦਾ ਧਿਆਨ ਦੇਣਾ ਪਊਗਾ। ਅੱਜ ਵੀ ਤੁਸੀਂ ਦੇਖੋ ਜੰਮੂ ਸਾਹਿਬ ਜੀ, ਤੁਹਾਡੀ ਜਦੋਂ ਆਬਾਦੀ ਦਾ 30% ਦੇ ਨੇੜੇ ਤੇੜੇ ਲੋਕ ਹਲੇ ਭੁੱਖੇ ਸੌਂਦੇ ਹੋਣ, ਕੋਈ ਉਹਨਾਂ ਕੋਲ ਇਹੋ ਜਿਹੇ ਹਾਲਾਤ ਹੋਣ, ਇਹਦੇ ਵਿੱਚ ਤੁਸੀਂ ਜਿਹੜਾ ਜ਼ਿਆਦਾ ਵੱਡੇ ਨਾਅਰੇ ਲਾ ਕੇ ਜਿਸ ਪੱਧਰ 'ਤੇ ਲੋਕਾਂ ਦਾ ਰੁਜ਼ਗਾਰ ਚਲੇ ਗਿਆ, ਬਿਮਾਰੀ ਨਾਲ ਲੋਕ ਲੜ ਰਹੇ ਹੈ, ਅਤੇ ਇੱਕੋ ਇੱਕ ਪਿੰਡੂਆਂ ਦੇ ਕੋਲ ਆਧਾਰ ਸੀਗਾ ਉਹ ਪਸ਼ੂ ਧਨ ਦੇ ਆਧਾਰ 'ਤੇ, ਹੁਣ ਉਹਦੇ ਵਿੱਚ ਵੀ ਬਿਮਾਰੀ ਆ ਗਈ ਹੈ, ਕਈ ਕਿਸਮ ਦੀਆਂ ਹੋਰ ਕੁਦਰਤੀ ਆਫਤਾਂ ਆ ਜਾਂਦੀਆਂ। ਇਸ ਕਰਕੇ ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਸੀਗਾ, ਉਹਨਾਂ ਨੇ ਆਪਣਾ ਆਧਾਰ ਬਚਾਉਣ ਵਾਸਤੇ। ਦੂਸਰਾ ਉਹਨਾਂ ਨੂੰ ਸਾਥ ਮਿਲਿਆ ਉੱਥੇ ਜਿਹੜਾ ਆ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਦਾ, ਔਰ ਖੱਬੇ ਪਾਰਟੀਆਂ ਤੇ ਕਾਂਗਰਸ ਨੇ ਵੀ ਉਹਨਾਂ ਹਮਾਇਤ ਕੀਤੀ, ਕਿਉਂਕਿ ਇਹਨਾਂ ਜਿਹੜੇ ਵਿਰੋਧੀ ਧਿਰ ਸੀ ਇਹਨਾਂ ਕੋਲ ਇਹਨਾਂ ਦਾ ਵੀ ਇੱਕ ਸਿਆਸੀ ਸੰਕਟ ਸੀਗਾ। ਜੇ ਨਾ ਇਹ ਸਟੈਂਡ ਲੈਂਦੇ ਤੇ ਇਹਨਾਂ ਦਾ ਵੀ ਲਗਾਤਾਰ ਜਿਹੜਾ ਆ ਉਹ ਥੱਲੇ ਨੂੰ ਡਿੱਗ ਰਿਹਾ ਸੀਗਾ। ਇੱਕ ਮੈਂ ਸਵਾਲ ਕਰਨਾ ਚਾਹੁੰਦਾ, ਜੋ ਕੁਝ ਬਿਹਾਰ ਦੇ ਵਿੱਚ ਵਾਪਰਿਆ, ਇਹ ਕੀ ਬਿਹਾਰ ਜਿਹੜਾ ਦੇਸ਼ ਦੀ ਸਿਆਸਤ ਨੂੰ ਨਵਾਂ ਰਾਹ ਦਿਖਾਉਣ ਦੀ ਸਮਰੱਥਾ ਰੱਖੇਗਾ? ਕਿਉਂਕਿ ਇਹ ਵੀ ਪਤਾ ਲੱਗਾ ਕਿ ਜਿਹੜੀ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ, ਉਹਨਾਂ ਨੇ ਨਿਤਿਸ਼ ਕੁਮਾਰ ਨਾਲ ਗੱਲਬਾਤ ਕੀਤੀ ਹੈ, ਨਿਤਿਸ਼ ਕੁਮਾਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਕਿਹਾ ਵੀ ਤੁਸੀਂ ਸਟੇਟ ਦੀ ਪੋਲਿਟਿਕਸ ਛੱਡ ਕੇ ਕੌਮੀ ਜਿਹੜੀ ਰਾਜਨੀਤੀ ਉਹਦੇ 'ਚ ਆਓ। ਤੇ ਇਹ ਵੀ ਕਿਹਾ ਜਾਂਦਾ ਕਿ ਅਗਲੇ 10 ਮਹੀਨਿਆਂ ਤੋਂ ਬਾਅਦ ਜਦੋਂ ਅਗਲੀਆਂ ਚੋਣਾਂ ਨੇੜੇ ਹੋਣਗੀਆਂ, ਉਹ ਤੋਂ ਪਹਿਲਾਂ ਨਿਤਿਸ਼ ਕੁਮਾਰ ਉੱਥੋਂ ਬਿਹਾਰ ਛੱਡ ਕੇ ਦੇਸ਼ ਦੀ ਰਾਜਧਾਨੀ ਦੇ ਵਿੱਚ ਦੇਸ਼ ਦੀ ਰਾਜਧਾਨੀ 'ਚ ਆਉਣਗੇ ਤੇ ਕੌਮੀ ਰਾਜਨੀਤੀ ਦੇ ਵਿੱਚ ਸਰਗਰਮ ਹੋਣਗੇ। ਤੁਸੀਂ ਕਿਵੇਂ ਦੇਖਦੇ ਆ ਸਾਰੇ ਮਾਮਲੇ? ਬਿਲਕੁਲ ਇਹ ਅਸੀਂ ਪਹਿਲਾਂ ਵੀ ਦੇਖਦੇ ਹਾਂ ਕਿ ਇੱਕ ਸਮਾਂ ਸੀ ਬਿਹਾਰ ਨੇ ਦੇ ਵਿੱਚੋਂ ਜਿਹੜੀ ਮੂਵਮੈਂਟ ਸ਼ੁਰੂ ਹੋਈ ਸੀ, ਬਾਬੂ ਜਗਜੀਵਨ ਰਾਮ ਵਾਲੀ, ਉਹਨੇ ਬਹੁਤ ਵੱਡਾ ਜਿਹੜਾ ਆ ਰੋਲ ਅਦਾ ਕੀਤਾ ਸਾਡੀ ਦੇਸ਼ ਦੀ ਸਿਆਸਤ ਵਿੱਚ, ਖਾਸ ਕਰਕੇ ਜਿਹੜੀ ਕਿੰਨੇ ਦਹਾਕਿਆਂ ਤੋਂ ਜਿਹੜਾ ਆਜ਼ਾਦੀ ਤੋਂ ਬਾਅਦ ਕਾਂਗਰਸ ਜੈ ਪ੍ਰਕਾਸ਼ ਨਾਰਾਇਣ ਦਾ ਉਹਦੇ ਤੋਂ ਵੱਡਾ ਸੀਗਾ ਜਦੋਂ ਆਪਣੇ ਐਮਰਜੈਂਸੀ ਲੱਗੀ ਸੀ। ਐਮਰਜੈਂਸੀ ਤੋਂ ਪਹਿਲਾਂ ਉਹਨਾਂ ਨੇ ਇੱਕ ਅੰਦੋਲਨ ਚਲਾਇਆ ਸੀਗਾ ਜਿਨ੍ਹਾਂ ਦੇਸ਼ ਨੂੰ ਨਵਾਂ ਰਸਤਾ ਦਿੱਤਾ ਸੀਗਾ। ਉਹ ਤੋਂ ਬਾਅਦ ਇੰਦਰਾ ਗਾਂਧੀ ਨੂੰ ਜਾਣਾ ਪਿਆ ਸੀਗਾ ਤੇ ਦੇਸ਼ ਦੇ ਵਿੱਚ ਜਨਤਾ ਪਾਰਟੀ ਦੀ ਸਰਕਾਰ ਬਣੀ ਸੀ। ਕੀ ਬਿਹਾਰ ਇਸ ਵਾਰੀ ਇਸ ਪਾਸੇ ਵੱਲ ਨੂੰ ਜਾ ਸਕਦਾ? ਬਿਲਕੁਲ, ਕੀ ਨਵਾਂ ਰਸਤਾ ਦਿਖਾ ਸਕਦਾ ਦੇਸ਼ ਨੂੰ? ਬਿਲਕੁਲ ਸੰਭਾਵਨਾ ਬੜੀਆਂ ਹੋਈਆਂ ਨੇ, ਜਿਹੜੇ ਰੋਜ਼ ਦੀਆਂ ਨਵੀਆਂ ਡਿਵੈਲਪਮੈਂਟ ਹੋ ਰਹੀਆਂ ਨੇ, ਬਹੁਤ ਕੁਛ ਵਾਪਰ ਰਿਹਾ ਹੈ ਇਹਦੇ ਵਿੱਚ। ਜਿਹੜੇ ਐਵੇਂ ਦੀਆਂ ਘਟਨਾਵਾਂ ਜਦੋਂ ਹਾਲਾਂਕਿ ਉਸ ਸਮੇਂ ਵੀ ਕਾਂਗਰਸ ਬਹੁਤ ਸਟਰੋਂਗ ਹੋ ਕੇ ਆਈ ਸੀਗੀ ਐਮਰਜੈਂਸੀ ਤੋਂ ਪਹਿਲਾਂ ਜਦੋਂ ਮੂਵਮੈਂਟ ਚੱਲੀ ਹੈ, ਤੇ ਮੂਵਮੈਂਟ ਉਹੀ ਗਾਂਧੀ ਗਰਾਊਂਡ ਆ ਜਿਹੜਾ ਉਹ ਆਧਾਰ ਬਣਿਆ ਸੀਗਾ। ਜਿਹੜੀ ਗੈਰ ਕਾਂਗਰਸੀ ਸਰਕਾਰ 77 ਤੋਂ ਬਾਅਦ ਪਹਿਲੇ ਮਹਾਰਾਜਾ ਦੇਸਾਈ ਦੀ ਜਿਹੜੀ ਉਹ ਅਗਵਾਈ 'ਤੇ ਬਣੀ ਸੀਗੀ। ਸੋ ਇਸ ਤਰ੍ਹਾਂ ਪੋਲੀਟੀਕਲ ਡਿਵੈਲਪਮੈਂਟ ਉੱਥੋਂ ਹੁੰਦੀ ਹੈ। ਬਿਹਾਰ ਦਾ ਅਸਰ ਇਕੱਲੇ ਬਿਹਾਰ ਤੱਕ ਨਹੀਂ ਰਹਿਣਾ, ਉਹਦੇ ਨਾਲ ਹੀ ਯੂਪੀ ਦਾ ਬਹੁਤ ਸਾਰਾ ਏਰੀਆ ਲੱਗਦਾ ਹੈ, ਅੱਗੇ ਦੂਸਰੀਆਂ ਸਟੇਟਾਂ ਦੇ ਵਿੱਚ, ਕਿਉਂਕਿ ਦੂਸਰੀਆਂ ਸਟੇਟਾਂ ਦੇ ਵਿੱਚ ਅਸੀਂ ਦੇਖਿਆ ਕੁਝ ਸਟੇਟਾਂ 'ਚ ਪਹਿਲਾਂ ਹੀ ਬਹੁਤ ਵੱਡੀ ਐਜੀਟੇਸ਼ਨ ਚੱਲ ਰਹੀ ਹੈ। ਤਾਮਿਲਨਾਡੂ ਵੱਖਰੇ ਪਾਸੇ ਜਾ ਰਿਹਾ ਹੈਗਾ ਆ, ਜਿਹੜਾ ਦੂਸਰੇ ਪ੍ਰਦੇਸ਼ ਨੇ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਸਾਰਾ ਕੁਝ ਘਟਨਾਵਾਂ ਬਹੁਤ ਤੇਜ਼ੀ ਨਾਲ ਬਦਲ ਰਹੀਆਂ ਨੇ। ਅਤੇ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਕਿ ਕਿਉਂਕਿ ਹੁਣ ਜਿਹੜਾ ਦੇਸ਼ ਦਾ ਸੰਕਟ ਹੈਗਾ, ਗਰੀਬੀ ਦਾ ਆ, ਜਿਸ ਪੱਧਰ 'ਤੇ ਮਹਿੰਗਾਈ ਵੱਧ ਗਈ ਹੈ, ਅਤੇ ਲੋਕਾਂ ਕੋਲ ਹੋਰ ਜਿਹੜਾ ਆ
ਜਰਨ ਦੀ ਕਿੰਨੀ ਕੁ ਸਮਰੱਥਾ ਹੋ ਸਕਦੀ ਹੈ। ਇਹਦੇ ਵਿੱਚ ਕੋਈ ਨਾ ਕੋਈ ਤਾਂ ਲੋਕਾਂ ਨੂੰ ਕਿਤੋਂ ਆਸ ਹੋ ਸਕਦੀ ਹੈ। ਤੇ ਇਹਦੇ ਵਿੱਚ ਮੈਨੂੰ ਲੱਗਦਾ ਕਿ ਜਿਹੜਾ ਇਹ ਇੱਕ ਪ੍ਰੈਕਟਿਸ ਚੱਲੀ ਹੈਗੀ ਹੈ, ਜਿਹੜਾ ਇਹ ਫਨੋਮਨਾ ਚੱਲਿਆ ਹੈ ਬਿਹਾਰ ਦੀ ਧਰਤੀ ਤੋਂ, ਇਹ ਸਾਰੇ ਭਾਰਤ ਵਿੱਚ ਸਾਰੇ ਸੂਬਿਆਂ ਦੇ ਵਿੱਚ ਹੌਲੀ ਹੌਲੀ ਇਹਦਾ ਫੈਲਣ ਦੀ ਪੂਰੀ ਉਮੀਦ ਹੈਗੀ ਸਾਨੂੰ। ਇਹਦੇ ਨਾਲ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਨੂੰ ਵੀ ਮੇਰਾ ਖਿਆਲ ਕੁਝ ਨਾ ਕੁਝ ਸਾਹ ਆਏਗਾ। ਜਿਹੜਾ ਬੀਜੇਪੀ ਵੱਖ-ਵੱਖ ਥਾਵਾਂ ਤੇ ਜਿਵੇਂ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਦੇ MLA ਤੋੜੇ ਗਏ, ਜਿਵੇਂ ਨਵੀਂ ਵੱਖਰੀ ਪਾਰਟੀ ਬਣਾ ਕੇ ਸ਼ਿੰਦੇ ਦੀ ਅਗਵਾਈ ਦੇ ਵਿੱਚ ਸਰਕਾਰ ਬਣਾਈ ਗਈ। ਮੇਰਾ ਖਿਆਲ ਇਹ ਮਾਮਲਾ ਜਿਹੜਾ ਇੱਥੇ ਰੁਕਦਾ ਲੱਗਦਾ ਜਿਹੜਾ ਬਿਹਾਰ ਦੇ ਵਿੱਚ। ਤੇ ਬਿਹਾਰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ ਹੁਣ ਉਹਨਾਂ ਨੇ ਦਾਅਵਾ ਤਾਂ ਪੇਸ਼ ਕਰਤਾ ਨਿਤਿਸ਼ ਕੁਮਾਰ ਨੇ, 140 ਦੇ ਕਰੀਬ MLA ਉਹਨਾਂ ਦੇ ਹੱਕ ਦੇ ਵਿੱਚ ਨੇ ਤੇ ਨਵੀਂ ਸਰਕਾਰ ਜਿਹੜੀ ਆ ਲੱਗਦਾ ਕਿ ਕੱਲ ਤੱਕ ਬਣ ਜਾਏਗੀ ਜੇ ਕੇਂਦਰ ਸਰਕਾਰ ਨੇ ਕੋਈ ਬਹੁਤਾ ਦਖਲ ਨਾ ਦਿੱਤਾ। ਵੈਸੇ ਵੀ ਮੇਰਾ ਖਿਆਲ ਰਾਜਪਾਲ ਕੋਲ ਕੋਈ ਹੋਰ ਅਲਟਰਨੇਟਿਵ ਨਹੀਂ ਹੋਏਗਾ, ਕਿਉਂਕਿ ਸਭ ਤੋਂ ਵੱਡੀ ਧਿਰ ਦੇ ਤੌਰ ਤੇ ਇਹ ਜਿਹੜਾ ਨਿਤਿਸ਼ ਕੁਮਾਰ ਨੂੰ ਇਹ ਮੌਕਾ ਦੇਣਾ ਪਵੇਗਾ। ਹੁਣ ਦੇਖਣਾ ਇਹ ਹੋਏਗਾ ਕਿ ਰਾਜਪਾਲ ਉੱਤੇ ਕੀ ਕਰਦੇ ਨੇ ਜਾਂ ਕੇਂਦਰ ਸਰਕਾਰ ਜਾਂ ਕਿਸ ਪਾਸੇ ਵੱਲ ਨੂੰ ਤੁਰਦੇ ਨੇ। ਪਰ ਇਸ ਵੇਲੇ ਜਿਹੜਾ ਪਲੜਾ ਜਿਹੜਾ ਰਾਜਨੀਤਿਕ ਤੌਰ ਦੇ ਉੱਪਰ ਨਿਤਿਸ਼ ਕੁਮਾਰ ਦਾ ਭਾਰੀ ਹੈ। ਉਹਨਾਂ ਨੇ ਜੋ ਮਤਲਬ ਇੱਥੇ ਧੋਬੀ ਪਟਕਾ ਜਿਹੜਾ ਬੀਜੇਪੀ ਨੂੰ ਦਿੱਤਾ ਹੈ, ਮੇਰਾ ਖਿਆਲ ਬੀਜੇਪੀ ਦੇ ਚਿੱਤੇ 'ਚ ਵੀ ਨਹੀਂ ਹੋਣਾ, ਕਿਉਂਕਿ ਉਹਨਾਂ ਦਾ ਇਹ ਸੀਗਾ ਕਿ ਉਹ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ ਉਦੋਂ ਵੱਡੀ ਪਾਰਟੀ ਦੇ ਤੌਰ ਤੇ ਨਿਤਿਸ਼ ਕੁਮਾਰ ਦੀ ਪਾਰਟੀ ਨੂੰ ਵੱਡੀ ਸੀ। ਸਭ ਤੋਂ ਵੱਡੀ ਪਾਰਟੀ ਰਾਸ਼ਟਰੀ ਜਨਤਾ ਦਲ ਸੀਗੀ, ਉਹ ਤੋਂ ਦੂਜੇ ਨੰਬਰ ਦੀ ਜਿਹੜੀ ਬੀਜੇਪੀ ਸੀਗੀ। ਪਰ ਜਿਹੜਾ ਪਹਿਲਾਂ ਕੀਤੇ ਵਾਅਦੇ ਉਹਦੇ ਮੁਤਾਬਕ ਨਿਤਿਸ਼ ਕੁਮਾਰ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ, ਭਾਵੇਂ ਕਿ ਉਹਨਾਂ ਦੇ 42 MLA ਸੀ। ਤੇ ਇਸ ਕਰਕੇ ਬੀਜੇਪੀ ਵਾਲੇ ਕਹਿੰਦੇ ਵੀ ਅਸੀਂ ਤਾਂ ਵਾਅਦਾ ਪੂਰਾ ਕੀਤਾ, ਨਿਤਿਸ਼ ਕੁਮਾਰ ਨੇ ਵਾਅਦਾ ਪੂਰਾ ਨਹੀਂ ਕੀਤਾ। ਪਰ ਨਿਤਿਸ਼ ਕੁਮਾਰ ਦਾ ਉਹਦੇ ਉਲਟ ਕਹਿਣਾ ਕਿ ਮੇਰੀ ਪਾਰਟੀ ਨੂੰ ਤੋੜਨ ਦਾ, MLA ਨੂੰ ਪੈਸੇ ਦੇਣ ਦਾ ਯਤਨ ਕੀਤਾ। ਇਸ ਕਰਕੇ ਇਸ ਸਥਿਤੀ ਦੇ ਵਿੱਚੋਂ ਅਸੀਂ ਦੂਜੇ ਪਾਸੇ ਵੱਲ ਨੂੰ ਤੁਰੇ ਹਾਂ। ਜਿਹੜੇ ਅਸੀਂ ਪੁਰਾਣੇ ਸਮੇਂ ਦੇ ਵਿੱਚ ਅੰਗ ਸੰਗ ਹੁੰਦੇ ਸੀਗੇ ਉਹ ਸਾਰੇ ਇਕੱਠੇ ਹੋ ਕੇ ਅਸੀਂ ਆਪਣੀ ਜਿਹੜੀ ਸਰਕਾਰ ਬਣਾਵਾਂਗੇ। ਸੋ ਦੇਖਣਾ ਹੋਏਗਾ ਕਿ ਜਿਹੜਾ ਬਿਹਾਰ ਦੇ ਵਿੱਚ ਜੋ ਕੁਝ ਵਾਪਰਿਆ ਇਹ ਕਿੰਨਾ ਕੁ ਦੇਸ਼ ਦਾ ਰਾਹ ਰਚਨਾਉਂਦਾ ਹੈ। ਬੀਜੇਪੀ ਦਾ ਜਿਹੜਾ ਰੱਥ ਚੱਲਿਆ ਆ ਰਿਹਾ ਸੀਗਾ ਜੇਤੂ ਰੱਥ, ਉਹਨੂੰ ਕਿੰਨਾ ਕੁ ਰੋਕਣ ਦੇ ਵਿੱਚ ਕਾਮਯਾਬ ਹੋਏਗਾ। ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਉਹਨਾਂ ਚੋਣਾਂ ਤੱਕ ਕਿੱਧਰ ਨੂੰ ਦੇਸ਼ ਜਾਏਗਾ, ਇਹ ਦੇ ਵਿੱਚ ਬਹੁਤ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਘਟਨਾਕ੍ਰਮ ਵਾਪਰੇਗਾ। ਤੇ ਮੇਰਾ ਖਿਆਲ ਇਹ ਤੋਂ ਬਾਅਦ ਬੀਜੇਪੀ ਵੀ ਜਿਹੜੀ ਆ ਉਹ ਕਾਹਲੀ ਦੇ ਵਿੱਚ ਇਹੋ ਜਿਹਾ ਕੋਈ ਕਦਮ ਸ਼ਾਇਦ ਹੀ ਚੁੱਕੇ। ਤੇ ਇਸ ਤੋਂ ਅੱਗੇ ਵੱਧਦੇ ਹਾਂ ਕਿ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਇੱਕ ਸੱਦਾ ਦਿੱਤਾ, ਸੁਨੇਹਾ ਦਿੱਤਾ ਦੇਸ਼ ਦੇ ਲੋਕਾਂ ਨੂੰ ਵੀ ਜਦੋਂ 15 ਅਗਸਤ ਆਜ਼ਾਦੀ ਦਾ ਦਿਨ ਮਨਾਉਂਦੇ ਹੋ, ਉਸ ਦਿਨ ਸਾਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਸਫ਼ਰ ਕੀਤਾ, ਬਹੁਤ ਵੱਡੇ ਪੱਧਰ ਤੇ 10 ਲੱਖ ਦੇ ਕਰੀਬ ਜਿਹੜੇ ਪੰਜਾਬੀ ਆ ਉਹਨਾਂ ਦੀਆਂ ਜਾਨਾਂ ਗਈਆਂ ਸੀਗੀਆਂ। ਜਦੋਂ ਦੇਸ਼ ਦਾ ਆਜ਼ਾਦੀ ਦੇ ਜਸ਼ਨ ਮਨਾਉਣੇ ਤੇ ਜਿਨ੍ਹਾਂ ਨੇ ਆਪਣੀਆਂ ਦੇਸ਼ ਦੀ ਆਜ਼ਾਦੀ ਲਈ ਜਾਨਾਂ ਗਵਾਈਆਂ ਸੀਗੀਆਂ ਜਾਂ ਜਿਹੜੀ ਫਿਰਕੂ ਆਧਾਰ ਤੇ ਵੰਡ ਹੋਈ ਸੀ ਉਹਦੇ ਵਿੱਚ ਜਾਨਾਂ ਗਵਾਈਆਂ, ਉਹਨਾਂ ਨੂੰ ਵੀ ਯਾਦ ਕਰਨਾ ਚਾਹੀਦਾ। ਇਹ ਪਹਿਲੀ ਵਾਰੀ ਇਸ ਤਰੀਕੇ ਦਾ ਸੰਦੇਸ਼ ਜਿਹੜਾ ਅਕਾਲ ਤਖਤ ਤੋਂ ਆਇਆ। ਪ੍ਰੈਸ ਸਾਹਿਬ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਜੰਮੂ ਸਾਹਿਬ ਜੀ, ਪਹਿਲੇ ਹੀ ਗੱਲ ਤਾਂ ਅਸੀਂ ਸਵਾਗਤ ਕਰਦੇ ਹਾਂ ਜਿਹੜਾ ਇਹ ਭਾਵੇਂ 70 ਸਾਲ ਬਾਅਦ ਬਹੁਤ ਪਛੜ ਕੇ ਆਇਆ। 70 ਸਾਲ ਪਹਿਲਾਂ ਕਿਸੇ ਅੱਜ ਦੇ ਦੌਰ ਦੇ ਵਿੱਚ 70 ਸਾਲ ਸਮਾਂ ਬਹੁਤ ਜ਼ਿਆਦਾ ਹੁੰਦਾ ਆ, ਪਰ ਫਿਰ ਵੀ ਆਏ ਦਰੁਸਤ ਆਏ। ਅਸੀਂ ਇਸ ਜਿਹੜਾ ਇਹ ਪਾਣਾ ਵਾਪਰਿਆ, ਵਾਕਿਆ ਵਾਪਰਿਆ ਸਾਡੇ ਨਾਲ, ਪੰਜਾਬੀਆਂ ਨਾਲ, ਖਾਸ ਕਰਕੇ ਪੰਜਾਬੀਆਂ ਬੰਗਾਲੀਆਂ ਨਾਲ ਵਾਪਰਿਆ। ਬੰਗਾਲੀਆਂ ਨਾਲ ਬਹੁਤ ਘੱਟ ਪੱਧਰ ਜੰਮੂ ਸਾਹਿਬ ਜੀ ਨੁਕਸਾਨ ਹੋਇਆ, ਜ਼ਿਆਦਾ ਨੁਕਸਾਨ ਜਿਹੜਾ ਉਹ ਇੱਧਰ ਹੀ ਹੋਇਆ। ਤੇ ਇਹਨਾਂ ਦੋਨਾਂ ਪਾਸੇ ਉਸ ਪੰਜਾਬ ਦੇ ਵਿੱਚ ਜਿਹੜੇ ਹੈਗੇ ਆ ਉਹ 4 ਲੱਖ ਜਿਹੜੇ ਪੰਜਾਬੀ ਵੱਡੇ ਟੁੱਕੇ ਗਏ, ਮਾਰੇ ਗਏ। ਇਸ ਪੰਜਾਬ ਦੇ ਵਿੱਚ ਇੱਧਰਲੇ ਪੰਜਾਬ ਵਿੱਚ 6 ਲੱਖ ਜਿਹੜੇ ਮੁਸਲਮਾਨ ਮਾਰੇ ਗਏ। ਇਹ ਸਾਰਾ ਕੁਝ ਸਾਡੇ ਸਾਹਮਣੇ ਵਾਪਰਿਆ। ਇਹਦੇ ਵਿੱਚ ਦਰਮਿਆਨ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਇੱਕ ਭਜਨ ਲਾਲ ਆਪਣੇ ਭਗਤ ਸਿੰਘ ਦੇ ਸਾਥੀ ਸੀ ਧਨਵੰਤਰੀ ਜੀ, ਹਾਂਜੀ, ਤੇ ਇੱਕ ਕਾਮਰੇਡ ਨੇਤਾ ਸੀਗੇ PC ਜੋਸ਼ੀ, ਹਾਂਜੀ ਹਾਂਜੀ। ਉਹਨਾਂ ਦੋਨਾਂ ਨੇ ਰਿਪੋਰਟ ਬਣਾਈ ਸੀਗੀ 1947 ਦੇ ਵਿੱਚ, ਕਿਉਂਕਿ ਉਹ ਭਗਤ ਸਿੰਘ ਦੇ ਨਾਲ 7 ਸਾਲ ਜੇਲ੍ਹ 'ਚ ਵੀ ਰਹੇ ਸੀ। ਉਹ ਬਹੁਤ ਆਜ਼ਾਦੀ ਘੁਲਾਟੀ, ਬਹੁਤ ਚੰਗੇ ਬੰਦੇ ਮੰਨੇ ਜਾਂਦੇ ਸੀਗੇ। ਤੇ ਉਹਨਾਂ ਨੇ 25 ਅਗਸਤ ਨੂੰ ਇਹ ਜਿਹੜੀ ਹੈ ਰਿਪੋਰਟ ਹੈ ਇਹ ਨਹਿਰੂ ਨੂੰ ਦਿੱਤੀ ਸੀ ਜਾ ਕੇ ਦਿੱਲੀ। ਉਹਨਾਂ ਦੇ ਨਾਲ ਬਾਬਾ ਲਲਤੋ ਵਾਲੇ ਗੁਰਮੁਖ ਸਿੰਘ ਜੀ ਲਲਤੋ ਵੀ ਨਾਲ ਸੀਗੇ। ਇਹ ਤਿੰਨੇ ਬੰਦੇ ਜਾ ਕੇ ਉੱਥੇ ਰਿਪੋਰਟ ਦੇ ਕੇ ਆਏ ਸੀ। ਉਹ ਰਿਪੋਰਟ ਆਰਗਵ ਵਿੱਚ ਪਈ ਸੀਗੀ ਤੇ ਉਹ ਨਾ ਤਾਂ ਮਤਲਬ ਖੱਬੇ ਪੱਖੀਆਂ ਨੇ ਕਦੀ ਛਾਪੀ ਹੈ ਤੇ ਨਾ ਹੀ ਸਾਡੇ ਉਹ ਜ਼ਿਆਦਾ ਕਦੀ ਉਹ ਇਸ ਤਰ੍ਹਾਂ ਮੀਡੀਆ ਦੇ ਵਿੱਚ ਵੀ ਨਹੀਂ ਆਈ। ਉਹ ਰਿਪੋਰਟ ਪਿਛਲੇ ਦਿਨਾਂ 'ਚ ਸਾਨੂੰ ਪੜ੍ਹਨ ਦਾ ਮੌਕਾ ਮਿਲਿਆ ਤੇ ਅਸੀਂ ਇਸ 15 ਅਗਸਤ ਨੂੰ ਉਹਨੂੰ ਦੁਬਾਰਾ ਰਿਲੀਜ਼ ਵੀ ਕਰ ਰਹੇ ਛਾਪ ਕੇ। ਉਹਦੇ ਵਿੱਚ ਜਿਹੜੇ ਫੈਕਟ ਆਏ ਆ ਸਾਰੇ, ਕਿਉਂਕਿ ਇਹ ਆਈ ਵਿਟਨੈਸ ਨੇ ਸਾਰੇ,
ਬੜੀ ਨਿਊਟਰਲ ਹੈ ਦੋਨਾਂ ਪਾਸੇ। ਸਾਡਾ ਜਿਹੜਾ ਮੀਡੀਆ ਦਾ ਰੋਲ, ਉਹਨਾਂ ਨੇ ਹਰੇਕ ਚੀਜ਼ ਦਾ ਜਿਹੜਾ ਹੈ ਨਾ ਰਿਪੋਰਟ ਕੀਤਾ ਹੈਗਾ ਆ ਕਿ ਦੋਨਾਂ ਪਾਸਿਆਂ 'ਚ ਕੀ ਹੋਇਆ ਸਾਡੇ ਨਾਲ। ਸੋ ਉਹਦੇ ਵਿੱਚ ਜਿਹੜਾ ਸਾਡਾ ਖਾਸ ਕਰਕੇ ਪੰਜਾਬ ਨਾਲ ਸੰਬੰਧ ਰੱਖਦੇ ਹਾਂ ਅਸੀਂ, ਜੋ ਉਸ ਸਮੇਂ ਸਾਨੂੰ ਸਿੱਖੀ ਸਿਧਾਂਤਾਂ ਅਨੁਸਾਰ ਸਿੱਖ ਪੰਥ ਨੂੰ ਜੋ ਕਰਨਾ ਚਾਹੀਦਾ ਸੀ, ਸਾਡਾ ਜਿਹੜਾ ਉਸ ਸਮੇਂ ਰੋਲ ਹੈ ਉਹ ਬਿਲਕੁਲ ਨੈਗੇਟਿਵ ਸੀਗਾ। ਇੱਥੇ ਗੁਰੂ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਜਿਹੜਾ ਆ ਮੁਸਲਮਾਨ ਔਰਤਾਂ ਨੂੰ ਨੰਗਿਆਂ ਕਰਕੇ ਉਹਨਾਂ ਦਾ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਜਲੂਸ ਕੱਢਿਆ ਜਾਣਾ, ਇਹ ਜਿਹੜਾ ਆ ਉਸ ਰਿਪੋਰਟ ਵਿੱਚ ਵੀ ਦਰਜ ਹੈ ਔਰ ਹੋਰ ਥਾਂ 'ਤੇ ਵੀ ਸਾਨੂੰ ਸਾਹਿਤ ਵਿੱਚ ਮਿਲਦਾ ਹੈ। ਇਹ ਸਾਡੇ ਵਾਸਤੇ ਬਹੁਤ ਸ਼ਰਮ ਦੀ ਗੱਲ ਹੈ ਕਿ ਗੁਰੂਆਂ ਦੇ ਪੈਰੋਕਾਰ ਹੁੰਦੇ ਹੋਏ ਅਸੀਂ ਕੀਤਾ। ਇਸ ਤੋਂ ਬਾਅਦ ਫਿਰ ਉਧਰ ਸਿਆਲਕੋਟ ਵੀ ਹੋਇਆ, ਉਹਨਾਂ ਨੇ ਵੀ ਜਿਹੜੇ ਸਿੰਧੂ ਸਿੱਖ ਔਰਤਾਂ ਸੀ ਉਹਨਾਂ ਨਾਲ ਇਹ ਜਿਹਾ ਕੀਤਾ। ਫਿਰਕੂ ਸਿਆਸਤ ਦੇ ਵਿੱਚ ਅੰਨੇ ਹੋ ਗਏ। ਬਿਲਕੁਲ। ਇੱਥੇ ਜਿਹੜੀ ਵੱਡੀ ਗੱਲ ਹੈ ਕਿ ਸਿੱਖਾਂ ਦੇ ਜਿਹੜੇ ਵੱਡੇ ਲੀਡਰ ਸੀਗੇ, ਈਸ਼ਰ ਸਿੰਘ ਮਝੈਲ ਤੇ ਮਾਸਟਰ ਤਾਰਾ ਸਿੰਘ, ਉਹਨਾਂ ਦੀ ਸਰਪ੍ਰਸਤੀ 'ਚ ਹੋ ਰਿਹਾ ਸੀ। ਸਭ ਤੋਂ ਮਾੜੀ ਗੱਲ ਇਹ ਹੈ। ਅਤੇ ਇੱਥੇ ਜਿਹੜੇ ਲੋਕ ਇਹਦਾ ਵਿਰੋਧ ਕਰ ਰਹੇ ਸੀ ਉਹਨਾਂ ਨੂੰ ਆਪਣੀਆਂ ਜਾਨਾਂ ਵਾਰਨੀਆਂ ਪਈਆਂ। ਅਤੇ ਇਹ ਛੱਜਲਵਿੰਡੀ ਤੋਂ ਇੱਕ ਉਸ ਸਮੇਂ ਦੇ ਜਿਹੜੇ ਆ ਕਾਮਰੇਡ ਆਗੂ ਸੀਗੇ ਜਿਨ੍ਹਾਂ ਨੂੰ ਜਾਣ ਤੋਂ ਹੱਥ ਧੋਣੇ ਪਏ। ਅਤੇ ਇਹਦੇ ਵਿੱਚ ਮੈਂ ਜਿਹੜੀ ਦਿਲਚਸਪ ਗੱਲ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਜਿਹੜੇ ਮਹਿੰਦਰ ਕੌਰ ਸੀਗੇ, ਰਣਧੀਰ ਸਿੰਘ ਦੀ ਵਾਈਫ ਹੈ, ਉਹ ਉਸ ਸਮੇਂ ਕਾਲਜ ਪੜ੍ਹਦੇ ਸੀ। ਉਹ ਅਤੇ ਹੋਰ ਕੁੜੀਆਂ ਜਿਹੜੀਆਂ ਸਿੱਖਾਂ ਅਤੇ ਹਿੰਦੂਆਂ ਦੀਆਂ ਸੀਗੀਆਂ, ਉਹ ਜਾ ਕੇ ਅੱਗੇ ਖੜ੍ਹ ਗਈਆਂ ਕਿ ਜੇ ਤੁਸੀਂ ਇਹਨਾਂ ਲੜਕੀਆਂ ਨੂੰ, ਔਰਤਾਂ ਨੂੰ ਕੱਪੜੇ ਨਾ ਪਵਾਏ ਤੇ ਅਸੀਂ ਵੀ ਆਪਣੇ ਕੱਪੜੇ ਲਾ ਕੇ ਇਸ ਜਲੂਸ ਵਿੱਚ ਸ਼ਾਮਲ ਹੋ ਜਾਣਾ। ਫਿਰ ਉਸ ਤੋਂ ਬਾਅਦ ਹੋਇਆ ਇਹ ਇੱਕ ਉਮੀਦ ਦੀ ਕਿਰਨ ਵੀ ਜਾਗ ਸਕਦੀ ਹੈ। ਦੂਜੀ ਗੱਲ ਕਿ ਜਿਹੜੀ ਅਸੀਂ ਪਿਛਲੇ 5 ਸਾਲਾਂ ਤੋਂ ਇਹ ਕੋਸ਼ਿਸ਼ ਕਰ ਰਹੇ, ਸਭ ਤੋਂ ਪਹਿਲਾਂ ਕੋਸ਼ਿਸ਼ ਆਲਮੀ ਜਿਹੜਾ ਸਭਾ ਆ, ਉਹਨਾਂ ਨੇ ਪੰਜਾਬੀ ਭਵਨ ਲੁਧਿਆਣੇ 'ਚ ਇਹ ਪਛਤਾਵਾ ਦੇ ਮਨਾਇਆ ਸੀ ਇਸ ਦਿਨ ਨੂੰ। ਫਿਰ ਅਸੀਂ ਕਾਫੀ 4-5 ਸਾਲਾਂ ਤੋਂ ਲਗਾਤਾਰ ਇਹ ਪਛਤਾਵਾ ਦੇ ਦਿਵਸ ਮਨਾ ਰਹੇ ਹਾਂ 15 ਅਗਸਤ ਨੂੰ, ਕਿ ਸਾਨੂੰ ਦੋਨਾਂ ਦਾ ਪਛਤਾਵਾ ਹੈ ਜਿਹੜੇ 10 ਲੱਖ ਮਰੇ ਹੈ। ਇਹ ਵੱਡੀ ਜੰਮੂ ਸਾਹਿਬ ਜੀ ਗੱਲ ਹੈ ਕਿ ਨਾ ਹਿੰਦੁਸਤਾਨ ਦੀ ਪਾਰਲੀਮੈਂਟ ਨੇ ਨਾ ਪਾਕਿਸਤਾਨ ਦੀ ਪਾਰਲੀਮੈਂਟ ਨੇ ਐਸ ਜਿਹੜੇ ਲੋਕ 10 ਲੱਖ ਲੋਕ ਮਰੇ ਹੈ ਉਹਨਾਂ ਪ੍ਰਤੀ ਇੱਕ ਸ਼ਬਦ ਵੀ ਆਪਣੇ ਜਿਹੜਾ ਅਜਲਾਸ ਵਿੱਚ ਸੋਗਮਤੇ ਦੇ ਰੂਪ 'ਚ ਨਹੀਂ ਲੈ ਕੇ ਆਏ। ਇਹ ਜਿਹੜਾ ਸਾਡੇ ਵਾਸਤੇ, ਕਿਉਂਕਿ ਇੱਥੇ ਐਕਸੀਡੈਂਟ ਹੋ ਜਾਏ, ਕੋਈ ਹੋਰ ਘਟਨਾ ਹੋ ਜਾਏ ਤੇ ਉਹਦਾ ਜਿਹੜਾ ਆ ਸੋਗਮਤਾ ਹੁੰਦਾ ਆ, ਪਰੰਤੂ ਐਡੇ ਵੱਡੇ ਦਖਾਂਤ ਦਾ ਦੋਨੇ ਪਾਸੇ। ਔਰ ਦੋਨੇ ਪਾਸੇ ਜੰਮੂ ਸਾਹਿਬ ਜੀ ਜਿਹੜੀ ਸਭ ਤੋਂ ਵੱਡੀ ਮਾੜੀ ਗੱਲ ਹੈ ਕਿ ਬੜੇ ਲੋਕ ਸ਼ੇਖੀ ਨਾਲ ਦੱਸਦੇ ਸੀ, ਇੱਥੇ ਸਾਡੇ ਸਿੱਖ ਜਾਂ ਹਿੰਦੂ ਹੈ ਜਿਹੜੇ ਸ਼ੇਖੀ ਨਾਲ ਦੱਸਦੇ ਸੀ ਅਸੀਂ ਇੰਨੇ ਮੁਸਲਮਾਨ ਮਾਰੇ ਹੈ, ਇੰਨੀਆਂ ਔਰਤਾਂ ਮਾਰੀਆਂ, ਉੱਧਰ ਵੀ ਐਵੇਂ ਕੁਛ ਹੋ ਰਿਹਾ ਹੈ। ਇਸ ਨੂੰ ਇੱਕ ਸ਼ਹੀਦੀ ਅਤੇ ਕੁਰਬਾਨੀ ਦੇ ਤੌਰ 'ਤੇ ਲਿਆ ਜਾ ਰਿਹਾ ਆ। ਇਹ ਪਹਿਲੀ ਵਾਰੀ ਉਮੀਦ ਹੈ ਇਹਦਾ ਜਿਹੜਾ ਜੰਮੂ ਸਾਹਿਬ ਜੀ ਪ੍ਰਭਾਵ ਪੈਣਾ ਹੈ ਔਰ ਜਿਹੜਾ ਸਾਰੇ ਵਰਲਡ ਦੇ ਉੱਤੇ ਪੈਣਾ, ਭਾਈਚਾਰਾ ਮਜ਼ਬੂਤ ਹੋਏਗਾ। ਇਹ ਜਥੇਦਾਰ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਸਾਰੇ ਗੁਰਦੁਆਰਿਆਂ ਦੇ ਵਿੱਚ, ਅਤੇ ਇੱਕ ਇਹ ਫਿਰਕੂ ਸਿਆਸਤ ਦੀ ਘਾਟ ਹੈ। ਅੱਜ ਜਿਹੜੇ ਝੰਡੇ ਚਲਾਉਣ ਦੀ ਵੀ ਜਿਹੜੀ ਹੈ ਉਹ ਗੱਲ ਕੀਤੀ ਜਾਂਦੀ ਹੈ, ਕੋਈ ਤਿਰੰਗੇ ਝੰਡੇ ਦੀ ਗੱਲ ਕਰਦਾ, ਕੋਈ ਹੋਰ ਝੰਡੇ ਦੀ ਗੱਲ ਕਰਦਾ ਹੈ। ਕੁੱਲ ਮਿਲਾ ਕੇ ਜਿਹੜਾ ਫਿਰਕੂ ਸਿਆਸਤ ਹੈ, ਸੰਪਰਦਾਇਕ ਸਿਆਸਤ ਹੈ, ਉਹਦੇ ਬੋਲਬਾਲੇ ਦੇ ਵਿੱਚ ਇਹ ਵੱਡੀ ਘਾਟ ਹੋ ਸਕਦੀ ਹੈ। ਇਹ ਚੀਜ਼ ਜਿਹੜੀ ਜਥੇਦਾਰ ਸਾਹਿਬ ਨੇ ਕੀਤੀ ਹੈ, ਇਹਨੂੰ ਸਾਨੂੰ ਸਾਰਿਆਂ ਨੂੰ ਇਨਸਾਨੀਅਤ ਦੇ ਨਾਤੇ ਸਮਝਦੇ ਹਾਂ ਕਿ ਇਹ ਅਸੀਂ ਪਹਿਲੀ ਵਾਰੀ ਆਪਣੇ ਪਛਤਾਪ ਕਰ ਰਹੇ ਹਾਂ ਜੋ ਅਸੀਂ ਆਪਣੇ ਭਰਾਵਾਂ ਨਾਲ ਕੀਤਾ, ਜੋ ਉੱਧਰ ਹੋਇਆ, ਨਿਰਦੋਸ਼ ਲੋਕ ਮਾਰੇ ਗਏ। ਉਹਨਾਂ ਨਿਰਦੋਸ਼ ਲੋਕਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਜਿਹੜੀ ਜਥੇਦਾਰ ਸਾਹਿਬ ਨੇ 16 ਤਰੀਕ ਨੂੰ ਦੇਣ ਦਾ ਜਿਹੜਾ ਉੱਥੇ ਪ੍ਰੋਗਰਾਮ ਬਣਾਇਆ। ਇਸ ਦੇ ਨਾਲ ਹੀ ਇਸ ਤੋਂ ਅੱਗੇ ਵਧਦੇ ਹਾਂ, ਉਹ ਤਾਂ ਬਹੁਤ ਵੱਡਾ ਦਿਖਾਂਤ ਹੈ 47 ਦਾ, ਭਾਵੇਂ ਉਸ ਦਿਨ ਦੇਸ਼ ਦੀ ਆਜ਼ਾਦੀ ਦੇ ਜਸ਼ਨ ਮਨਾਏ ਜਾਣੇ ਆ, ਦੇਸ਼ ਆਜ਼ਾਦ ਹੋਇਆ, ਪਰ ਇਸ ਗੱਲ ਨੂੰ ਵੀ ਉਹਨਾਂ ਨੇ ਬਾਖੂਬੀ ਨੋਟ ਕੀਤਾ ਕਿ ਸਾਨੂੰ ਇਸ ਦਿਨ ਉਹਨਾਂ ਲੋਕਾਂ ਨਾਲ ਜਿਹੜੀ ਆ ਹਮਦਰਦੀ ਪ੍ਰਗਟਾਉਣੀ ਚਾਹੀਦੀ, ਉਹਨਾਂ ਨੂੰ ਵੀ ਯਾਦ ਕਰਨਾ ਚਾਹੀਦਾ ਜਿਨ੍ਹਾਂ ਨੇ ਆਪਣੀਆਂ ਜਿੰਦਾਂ ਜਿਹੜੀਆਂ ਇਸ ਦੇਸ਼ ਦੇ ਆਜ਼ਾਦੀ ਦੇ ਸਮੇਂ ਗਵਾਈਆਂ ਨੇ। ਇਸ ਤੋਂ ਅੱਗੇ ਵਧਦੇ ਇੱਕ ਹੋਰ ਅਹਿਮ ਮਸਲਾ ਹੈਗਾ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਫੀ ਜੋੜ ਤੋੜ ਹੋ ਰਿਹਾ। ਇਹ ਹੋ ਗਿਆ ਝੁੰਦਾ ਕਮੇਟੀ ਤੋਂ ਬਾਅਦ ਲੀਡਰਸ਼ਿਪ ਨੂੰ ਬਦਲਣ ਦਾ ਫੈਸਲਾ ਜਿਹੜਾ ਉਹਨੂੰ ਹੋਣਾ ਚਾਹੀਦਾ ਸੀਗਾ, ਉਹਦੀ ਥਾਂ 'ਤੇ ਜਿਹੜੀ ਕੋਰ ਕਮੇਟੀ ਆ ਉਹਦੇ ਵਿੱਚ ਕੁਝ ਹੋਰ ਹੋ ਗਿਆ। ਇਹ ਹੋਇਆ ਗਿਆ ਸੁਖਬੀਰ ਸਿੰਘ ਬਾਦਲ ਜਿਹੜੇ ਇਸ ਵੇਲੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਨੇ ਜਿਹੜੇ ਸਾਰੇ ਜਿਹੜੇ ਆ ਉਹ ਜਿਹੜੇ ਢਾਂਚਾ ਉਹਨੂੰ ਭੰਗ ਕਰ ਦਿੱਤਾ। ਇਹਨੂੰ ਲੈ ਕੇ ਵੀ ਥੋੜ੍ਹਾ ਮਤਭੇਦ ਉੱਠੇ ਆ। ਹੁਣ ਅਗਲੀ ਸਿਆਸਤ ਨੂੰ ਲੈ ਕੇ ਵੀ ਮਤਭੇਦ ਚੱਲ ਰਿਹਾ। ਅਤੇ ਜਿਹੜੇ ਮਨਪ੍ਰੀਤ ਇਆਲੀ ਨੇ ਜਿਨ੍ਹਾਂ ਨੇ ਰਾਸ਼ਟਰਪਤੀ ਦੇ ਮੁੱਦੇ ਦੇ ਉੱਪਰ ਵੋਟ ਪਾਉਣ ਤੋਂ ਨਾ ਕਰ ਦਿੱਤੀ ਸੀ, ਉਹਨਾਂ ਕਿਹਾ ਵੀ ਉਹ ਦ੍ਰੋਪਦੀ ਮੁਰਮੂ ਨੂੰ ਜਿਹੜੀ BJP ਦੀ ਉਮੀਦਵਾਰ ਉਹਨੂੰ ਵੋਟ ਨਹੀਂ ਪਾਉਣਗੇ। ਉਹਨਾਂ ਕਿਹਾ ਕਾਂਗਰਸ ਦੇ ਉਮੀਦਵਾਰ ਨੂੰ ਵੀ ਵੋਟ ਨਹੀਂ ਪਾਈ ਜਾ ਸਕਦੀ, ਇੱਧਰ ਵੀ ਵੋਟ ਨਹੀਂ ਪਾਈ ਜਾ ਸਕਦੀ, ਅਤੇ ਉਹਨਾਂ ਨੇ ਵੋਟ ਨਾ ਪਾਉਣ ਦਾ ਫੈਸਲਾ ਕੀਤਾ ਸੀ। ਅਤੇ ਉਹ ਮਾਮਲਾ ਅਜੇ ਇਹ ਖਤਮ ਨਹੀਂ ਹੋਇਆ, ਅਤੇ ਇਸੇ ਦੌਰਾਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇੱਕ ਅਨੁਸ਼ਾਸਨੀ ਕਮੇਟੀ ਬਣਾ ਦਿੱਤੀ ਹੈ। ਅਨੁਸ਼ਾਸਨੀ ਕਮੇਟੀ ਬਣਾਉਣ ਦਾ ਕੀ ਮੀਨਿੰਗ ਹੈ, ਅਤੇ ਅਕਾਲੀ ਦਲ ਦੇ ਵਿੱਚ ਜਿਹੜੀ ਉੱਠ ਬੈਠਕ ਹੋ ਰਹੀ ਹੈ, ਚੇਂਜ ਲੈ ਕੇ ਵੀ ਲੀਡਰਸ਼ਿਪ 'ਚ ਤਬਦੀਲੀ ਹੋਵੇ ਜਾਂ ਨਾ ਹੋਵੇ, ਇਹਦੇ ਬਾਰੇ ਤੁਹਾਡਾ ਕੀ ਕਹਿਣਾ?
ਜੰਮੂ ਸਾਹਿਬ ਜੀ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਅਕਾਲੀ ਦਲ ਇਤਿਹਾਸ ਤੋਂ ਸਭ ਤੋਂ ਵੱਧ ਕਮਜ਼ੋਰ ਸਥਿਤੀ 'ਚ ਅੱਜ ਦੀ ਡੇਟ ਦੇ ਵਿੱਚ ਹੈ, ਕਿਉਂਕਿ ਚੋਣਾਂ ਲੜਨ ਤੋਂ ਬਾਅਦ ਉਹਨਾਂ ਦੇ ਕੋਲ ਅਸੀਂ ਸਾਰੇ ਜਾਣਦੇ ਹਾਂ ਕਿ 3 ਵਿਧਾਇਕ ਹੈ ਜਿਹੜੇ ਉਹ ਜਿੱਤੇ ਹੈ। ਤਿੰਨਾਂ ਦੇ ਵਿੱਚੋਂ ਇੱਕ ਜਿਹੜਾ ਵਿਧਾਇਕ ਹੈ ਇਹ ਆਲੀ ਜਿਨ੍ਹਾਂ ਨੇ ਪਿਛਲੇ ਸਮੇਂ ਜਿਨ੍ਹਾਂ ਤੁਸੀਂ ਜਿਸ ਘਟਨਾ ਦਾ ਜ਼ਿਕਰ ਕਰ ਰਹੇ ਹੋ, ਇਹਦੇ ਵਿੱਚ ਝੁੰਦਾ ਕਮੇਟੀ ਜਿਹੜਾ ਮੇਨ, ਜਦੋਂ ਇਹ ਅਕਾਲੀ ਦਲ ਦੀ ਹਾਰ ਹੋਈ ਤਾਂ ਇਹ ਹਾਰ ਦੇ ਕਾਰਨਾਂ ਨੂੰ ਜਾਣਨ ਲਈ ਕਮੇਟੀ ਬਣਾਈ ਗਈ, ਜਿਹਦੇ ਝੁੰਦਾ ਚੇਅਰਮੈਨ ਸੀਗੇ ਤੇ 4-5 ਹੋਰ ਮੈਂਬਰ ਸੀ, 7 ਮੈਂਬਰ ਸੀਗੇ। ਉਹਨਾਂ ਨੇ ਉਹਦੇ ਮੈਂਬਰ ਪਹਿਲਾਂ 7 ਸੀਗੇ, ਫਿਰ ਉਹ ਵਧਾ ਕੇ ਉਹਨਾਂ ਦੀ ਗਿਣਤੀ 11 ਕੀਤੀ ਗਈ, ਫਿਰ 13 ਕੀਤੀ। 13 ਮੈਂਬਰੀ ਕਮੇਟੀ ਦੀ ਇਹ ਰਿਪੋਰਟ ਹੈ। ਬਿਲਕੁਲ, ਉਹ 114 ਹਲਕਿਆਂ 'ਚ ਗਈ ਕਮੇਟੀ, ਉਹ ਸਾਰੇ ਗਰਾਊਂਡ ਤੇ ਉਹਨਾਂ ਨੇ ਗੱਲ ਕੀਤੀ, ਪਰ ਜੋ ਰਿਪੋਰਟ ਦਿੱਤੀ ਗਈ ਉਹਨੂੰ ਵੀ ਜਦੋਂ ਪਬਲਿਸ਼ ਪ੍ਰਕਾਸ਼ਿਤ ਕੀਤਾ ਗਿਆ ਤੇ ਉਹਦੇ ਵਿੱਚ ਵੀ ਥੋੜ੍ਹੀ ਹੇਰਾਫੇਰੀ ਕੀਤੀ ਗਈ। ਉਹਦਾ ਜਿਹੜਾ ਪਹਿਲਾਂ ਉਹਨੇ ਕਾਰਨ ਦੱਸਿਆ ਸੀਗਾ ਕਿ ਲੀਡਰਸ਼ਿਪ ਦੀ ਤਬਦੀਲੀ ਜ਼ਰੂਰੀ ਹੈ, ਉਹਨੂੰ ਪਿੱਛੇ ਕਰ ਦਿੱਤਾ ਗਿਆ, ਤੇ ਹੋਰ ਕਾਰਨ ਸੀ ਜਿਹੜਾ ਵੀ ਸਿੱਖ ਈਸਾਈ ਬਣ ਗਿਆ ਜੀ ਬਾਰਡਰ ਤੇ, ਇਸ ਕਰਕੇ ਅਕਾਲੀ ਦਲ ਹਾਰ ਗਿਆ ਆ, ਹੋਰ ਪਾਸੇ ਟਰੈਕ ਤੇ ਕਰਨ ਦੀ ਕੀਤੀ ਗਈ। ਉਹਦੇ ਵਿੱਚੋਂ ਵੀ ਉਦੋਂ ਵੀ ਆਵਾਜ਼ਾਂ ਉੱਠ ਗਈਆਂ ਸੀਗੀਆਂ। ਉਸ ਤੋਂ ਬਾਅਦ ਜਗਮੀਤ ਬਰਾੜ ਨੇ ਝੰਡਾ ਚੱਕਿਆ, ਉਹ ਕਿਉਂਕਿ ਨਵੇਂ ਲੀਡਰ ਸੀ, ਕੋਈ ਬਾਤਾ ਉਹਨਾਂ ਦਾ ਅਕਾਲੀ ਦਲ 'ਚ ਆਧਾਰ ਨਹੀਂ ਸੀਗਾ, ਤੇ ਉਹਦੀ ਗੱਲ ਨੇ ਬੜੀ। ਜਦੋਂ ਇਹ ਆਲੀ ਹੈ ਜਿਹੜਾ 3 ਵਾਰੀ ਜਿੱਤ ਚੁੱਕਿਆ ਔਰ ਪਾਰਟੀ ਦੇ ਮਾੜੇ ਹਾਲਾਤਾਂ 'ਚ ਜਿੱਤ ਚੁੱਕਿਆ ਆ, ਉਹਦਾ ਇੱਕ ਆਪਣਾ ਆਧਾਰ ਹੈ, ਉਹਦੇ ਵੱਲੋਂ ਇਹ ਗੱਲ ਚੱਕੀ ਗਈ। ਸਿਰਫ ਉਹਦੇ ਵੱਲੋਂ ਨਹੀਂ ਚੱਕੀ ਗਈ, ਉਹਨੂੰ ਜਿਨ੍ਹਾਂ ਲੋਕਾਂ ਨੇ ਫਿਰ ਸੀਨੀਅਰ ਲੀਡਰਸ਼ਿਪ ਨੇ ਉਹਦਾ ਸਾਥ ਦਿੱਤਾ, ਚੰਦੂ ਮਾਜਰੇ ਤੋਂ ਲੈ ਕੇ ਹੋਰ ਜਿਹੜੇ ਵੱਡੇ ਵੱਡੇ ਸੀਨੀਅਰ ਲੀਡਰ ਸੀਗੇ, ਹੁਣ ਜਿਹੜੇ ਬਾਦਲ ਦੇ ਨਾਲ ਖੜੇ ਹੈ, ਭੁੰਦੜ ਸਾਹਿਬ, ਮਲੂਕਾ ਜੀ, ਇਹਨਾਂ ਤੋਂ ਇਲਾਵਾ ਬਹੁਤ ਸਾਰੇ ਬੰਦੇ ਹੈ ਨਹੀਂ ਗਏ। ਹੁਣ ਜਦੋਂ ਤੁਸੀਂ ਭੰਗ ਕਰ ਦਿੱਤੀ ਹੈ ਜਿਹੜੀ ਸਾਰਾ ਢਾਂਚਾ, ਤੇ ਉਹਦੇ ਵਿੱਚ ਫਿਰ ਤੁਸੀਂ ਇੱਕ ਜਦੋਂ ਤੁਹਾਡੇ ਖਿਲਾਫ ਕੋਈ ਹਵਾ, ਕੱਲ ਮੀਟਿੰਗ ਹੋ ਗਈ ਹੈ ਅੰਮ੍ਰਿਤਸਰ, ਤੇ ਉਸ ਤੋਂ ਬਾਅਦ ਇੱਕ ਅਨੁਸ਼ਾਸਨੀ ਕਮੇਟੀ ਹੈ ਜਿਹੜੀ ਪੈਰਲਲ ਬਣਾ ਦਿੱਤੀ ਗਈ ਹੈ ਸੁਖਬੀਰ ਸਿੰਘ ਬਾਦਲ ਵੱਲੋਂ, ਜਿਹਦੇ ਮਲੂਕਾ ਸਾਹਿਬ ਚੇਅਰਮੈਨ ਨੇ, ਤੇ ਉਹ ਸਿੱਧਾ ਹੀ ਹੈ ਕਿ ਹੁਣ ਇਸ ਵਕਤ ਜਿੱਡੀ ਕਮਜ਼ੋਰ ਹਾਲਤ ਵਿੱਚ ਸੁਖਬੀਰ ਬਾਦਲ ਹੈ, ਉਹ ਆਲੀ ਦੇ ਖਿਲਾਫ, ਉਸ ਤੋਂ ਬਾਅਦ ਕਿ ਜਗਮੀਤ ਬਰਾੜ ਦੇ ਖਿਲਾਫ ਵੀ ਹਾਲੇ ਤੱਕ ਕੋਈ ਐਕਸ਼ਨ ਲੈ ਨਹੀਂ ਸਕੇ। ਜੇ ਇਹੀ ਹਾਲਾਤ ਵੈਸੇ ਨਾਰਮਲ ਹਾਲਾਤ ਹੁੰਦੇ ਤਾਂ ਇਹਨਾਂ ਨੇ 1 ਮਿੰਟ ਨਹੀਂ ਚਲਾਉਣਾ, ਵੱਡੇ ਵੱਡੇ ਬੰਦਿਆਂ ਨੂੰ ਕੱਢ ਕੇ ਪਰਾਂ ਮਾਰਿਆ, ਟੌੜਾ ਸਾਹਿਬ ਵਰਗੇ ਬੰਦਿਆਂ ਦੀ ਕਦੀ ਇਹਨਾਂ ਨੇ ਪਰਵਾਹ ਨਹੀਂ ਸੀ ਕੀਤੀ। ਤੇ ਉਸ ਹਾਲਾਤਾਂ ਦੇ ਵਿੱਚ ਅਕਾਲੀ ਦਲ ਜਿਸ ਪੋਜੀਸ਼ਨ 'ਚ ਹੈ ਅੱਜ, ਜੇ ਇਹਨਾਂ ਨੇ ਇੱਕ ਤਕਨੀਕ ਚੰਗੀ ਸੁਖਬੀਰ ਬਾਦਲ ਨੇ ਕੀਤੀ ਹੈ ਕਿ ਸੁੱਖੀ ਨੂੰ ਪਹਿਲਾਂ ਹੱਥ ਕਰ ਲਿਆ, ਜੇ ਸੁੱਖੀ ਇਹ ਵੀ ਨਿਕਲ ਜਾਂਦਾ ਤੇ ਉਹ ਜਿਹੜੇ 66% ਉਹਨਾਂ ਦੀ ਜਿਹੜੀ ਆ ਉਹ ਮਾਤਰਾ ਬਣ ਜਾਣੀ ਸੀ ਨਿਕਲ ਤੋਂ, ਤੇ ਉਹਨਾਂ ਦਾ ਇੱਕ ਵੱਖਰਾ ਗਰੁੱਪ ਹੈ। ਨਹੀਂ, ਸੁਖਵਿੰਦਰ ਸਿੰਘ ਸੁੱਖੀ ਜਿਹੜੇ MLA ਉਹ ਤਾਂ ਆਏ ਸੁਖਬੀਰ ਰਾਹੀਂ ਹੈ ਨਾ, ਮੈਨੂੰ ਤਾਂ ਉਹਨਾਂ ਬਾਰੇ ਇਸ ਗੱਲ ਕਰਕੇ ਪਤਾ ਕਿਉਂਕਿ ਅਸੀਂ ਇਕੱਠੇ ਹੀ ਪਟਿਆਲੇ 'ਚ ਪੜ੍ਹਦੇ ਸੀ। ਬਿਲਕੁਲ ਆਏ ਭਾਵੇਂ ਹੋਣਗੇ, ਪਰ ਸਿਆਸਤ ਦੇ ਵਿੱਚ ਜਿਹੜਾ ਆ ਡੁੱਬਦੇ ਬੇੜੇ ਦੇ ਵਿੱਚ ਬਹੁਤ ਘੱਟ ਸਵਾਰ ਹੁੰਦੇ ਆ, ਉਹ ਮਤਲਬ ਜਿਹੜੇ ਧੜੇ ਦੇ ਵੱਧ ਰਹੀ ਹੁੰਦੇ ਉਧਰ ਨੂੰ ਜਾਂਦੇ ਆ। ਦੂਜੀ ਗੱਲ ਹੈ ਕਿ ਇਹਦੇ ਪਿੱਛੇ ਜਿਹੜਾ ਪਿਛਲੇ ਮੇਨ ਕਾਰਨ ਹੈ ਉਹ ਦੇਖਣਾ ਪਏਗਾ। ਪਿਛਲੇ ਦਿਨੀ ਜਿਹੜਾ ਦਿੱਲੀ ਕਮੇਟੀ ਨੇ ਇੱਕ ਦਫ਼ਤਰ ਖੋਲਿਆ ਉੱਥੇ ਮਨਜੀਤ ਸਿੰਘ ਅੰਮ੍ਰਿਤਸਰ ਦੇ ਵਿੱਚ, ਐਕਚੁਅਲੀ ਉਹ BJP ਦਾ ਇੱਕ ਏਜੰਡਾ ਹੈਗਾ, ਇੱਥੇ ਲੈ ਕੇ ਆਏ ਆ, ਤੇ ਸੁਖਬੀਰ ਬਾਦਲ ਉਹ ਤੋਂ ਜ਼ਿਆਦਾ ਜਿਹੜਾ ਥ੍ਰੈਟ ਹੋਇਆ। ਜੇ ਉਸ ਤਰ੍ਹਾਂ ਹੀ ਹਿਲਚੁਲ ਆਉਂਦੀ ਹੈ, ਉਹ ਵੱਖਰੇ ਗਰੁੱਪ ਬਣਦੇ ਹੈਗੇ ਆ। ਸ਼੍ਰੋਮਣੀ ਕਮੇਟੀ 'ਚ ਇਲੈਕਸ਼ਨਾਂ ਦਾ ਜਿਸ ਤਰ੍ਹਾਂ ਅਸੀਂ ਪਿੱਛੇ ਥੋੜ੍ਹੀਆਂ ਸਰਗਰਮੀਆਂ ਵਧੀਆਂ, ਤੇ ਇਹ ਸਾਰੇ ਡੈਮੇਜ ਨੂੰ ਕੰਟਰੋਲ ਕਰਨ ਵਾਸਤੇ ਆਖਰੀ ਯਤਨ ਜਿਹੜਾ ਆ ਅਸੀਂ ਕਹਿ ਸਕਦੇ ਸੁਖਬੀਰ ਸਿੰਘ ਬਾਦਲ ਦਾ, ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਜਿਹੜੇ ਮੰਨੇ ਜਾਂਦੇ ਬੰਦੇ ਸੀਗੇ, ਉਹ ਜਿਹੜਾ ਉਹਨਾਂ ਦਾ ਦਬਦਬਾ ਸੀਗਾ ਉਹਦੀ ਕਮਜ਼ੋਰ ਹੋ ਜਾਣ ਦੀ ਨਿਸ਼ਾਨੀ ਹੈ, ਉਹਦੇ ਉੱਤੇ ਬਗਾਵਤ ਹੈ। ਤੇ ਆਉਣ ਵਾਲੇ ਦਿਨਾਂ 'ਚ ਜੇ ਇਹਨਾਂ ਨੇ ਆਲੀ ਦੇ ਖਿਲਾਫ ਕੋਈ ਕਾਰਵਾਈ ਕਰਤੀ, ਮੇਰਾ ਅੰਦਾਜ਼ਾ ਹੈ ਕਿ ਸਭ ਤੋਂ ਪਹਿਲਾਂ ਜਗਮੀਤ ਬਰਾੜ ਦੇ ਖਿਲਾਫ ਕੋਈ ਐਕਸ਼ਨ ਲੈ ਕੇ ਦੇਖਣਗੇ, ਨਬਜ਼ ਟੋਲਣਗੇ, ਉਹਦਾ ਕੀ ਰਿਸਪੌਂਸ ਆਉਂਦਾ ਆ, ਤੇ ਉਸ ਤੋਂ ਬਾਅਦ ਇਹ ਆਲੀ ਨੂੰ ਹੱਥ ਪਾਉਣਗੇ। ਜੇ ਇਹ ਆਲੀ ਨੂੰ ਪਹਿਲਾਂ ਹੱਥ ਪਾ ਲਿਆ ਜਾਂਦਾ, ਉਹਦੇ ਵਿਰੁੱਧ ਕੋਈ ਕਾਰਵਾਈ ਕੀਤੀ ਜਾਂਦੀ ਹੈ, ਤਾਂ ਬਗਾਵਤ ਹੈ ਜਿਹੜੀ ਸਿੱਧੀ ਹੈ ਜਿਹੜੀ ਅਕਾਲੀ ਦਲ ਦੀ, ਉਹ ਬਾਹਰ ਆ ਜਾਣੀ ਹੈ। ਤੇ ਇਹ ਬਿਨਾਂ ਕਿਸੇ ਵੱਡੇ ਇਸ਼ਾਰੇ ਤੋਂ ਨਹੀਂ, ਇਹ ਦਿੱਲੀ ਦੇ ਜਿਹੜੇ ਹਾਕਮ ਨੇ ਉਹਨਾਂ ਦੇ ਪਿੱਛੇ ਇਸ਼ਾਰੇ ਤੇ ਪੰਜਾਬ ਦੇ ਸਿਆਸਤ ਤੇ ਜਿਹੜੀ ਉਹਦੇ ਵਿੱਚ ਜਿਹੜੀ ਇਸ ਤਰ੍ਹਾਂ ਦੇ ਸਰਗਰਮੀਆਂ ਹੋ ਰਹੀਆਂ ਨੇ। ਤੇ ਆਉਣ ਵਾਲੇ ਸਮੇਂ 'ਚ ਲੱਗਦਾ ਹੈ ਕਿ ਅਕਾਲੀ ਦਲ ਆਪਣੇ ਉਸ ਪਾਸੇ, ਜਿਸ ਤਰ੍ਹਾਂ ਦੇ ਕੱਲ੍ਹ ਜਥੇਦਾਰ ਸਾਹਿਬ ਨੇ ਵੀ ਬਿਆਨ ਦਿੱਤੇ ਹੈ ਜਾਂ ਸਾਰਾ ਕੁਝ ਸਾਹਮਣੇ ਆਇਆ, ਉਹਦਾ ਸੁਖਬੀਰ ਸਿੰਘ ਬਾਦਲ ਨੇ ਵੀ ਜਿਸ ਤਰ੍ਹਾਂ ਉਹਦੇ ਤੇ ਪ੍ਰਤੀਕਿਰਿਆ ਕੀਤੀ ਹੈ, ਉਹ ਸਾਰੇ ਤੋਂ ਇਹ ਲੱਗਦਾ ਹੈ ਕਿ ਹੁਣ ਅਕਾਲੀ ਦਲ ਨੂੰ ਆਪਣਾ ਪੈਰ ਜਮਾਉਣ ਵਾਸਤੇ ਵਾਪਸ ਸਿੱਖ ਏਜੰਡੇ ਤੇ ਆਉਣ ਦਾ ਤਹਈਆ ਕਰ ਰਿਹਾ ਹੈ। ਉਹ ਪੰਜਾਬੀ ਪਾਰਟੀ ਤੋਂ ਸਿੱਖ ਪਾਰਟੀ ਬਣਨ ਵੱਲ ਉਹਦਾ ਇੱਕ ਹੈਗਾ ਕਿ ਘੱਟੋ ਘੱਟ ਮੈਂ ਸਿੱਖ ਵੋਟਰ ਨੂੰ ਸਾਂਭ ਲਵਾਂ, ਜਿਹਦੇ ਸੰਭਾਵਨਾ ਅੱਜ ਬਹੁਤ ਘੱਟ ਨੇ, ਕਿਉਂਕਿ ਜਿੰਨਾ ਚਿਰ ਗਰਾਊਂਡ ਤੇ ਕੰਮ ਕੀਤਿਆਂ ਤੋਂ ਬਿਨਾਂ ਤੁਸੀਂ ਜਿਹੜਾ ਕੋਈ ਵੱਡਾ ਜਿਹੜੀ ਮਰਜ਼ੀ ਤਬਦੀਲੀ ਕਰ ਲਓ,
ਜਦੋਂ ਰੋਗ ਇਸ ਪੱਧਰ ਤੇ ਜਾ ਚੁੱਕਿਆ ਆ, ਇਹਨੂੰ ਹੁਣ ਬਾਹਰੋਂ ਟਾਕੀਆਂ ਲਾ ਕੇ ਨਹੀਂ ਸਰਨਾ, ਇਹਦਾ ਕੋਈ ਜ਼ਮੀਨੀ ਹਕੀਕਤ ਕੰਮ ਕਰਨਾ ਪੈਣਾ ਹੈ। ਉਹਦੇ ਵਾਸਤੇ ਹਾਲੇ ਅਕਾਲੀ ਦਲ ਦੀ ਜਿਹੜੀ ਹੈ ਉਹਦੇ ਵੱਸ ਦੀ ਰੋਗ ਨਹੀਂ, ਕਿਉਂਕਿ ਇਹ ਜਿਹੜੀ ਆ ਸਾਰਿਆਂ ਨੂੰ ਲੀਡਰਸ਼ਿਪ ਮਿਲੀ ਆ ਪਰਿਵਾਰਾਂ ਤੋਂ। ਮੇਰੇ ਖਿਆਲ ਪ੍ਰੋਫੈਸਰ ਸਾਹਿਬ ਜਿਹੜਾ ਖੇਤਰੀ ਪਾਰਟੀ ਦਾ ਰੋਲ ਹੈ, ਜਿੰਨਾ ਚਿਰ ਅਕਾਲੀ ਦਲ ਉਹ ਭੂਮਿਕਾ ਨਹੀਂ ਨਿਭਾਏਗਾ ਉਹਨਾਂ ਚਿਰ ਅਕਾਲੀ ਦਲ ਦਾ ਇਹ ਸੰਕਟ ਖਤਮ ਹੋਣ ਵਾਲਾ ਨਹੀਂਗਾ। ਸਾਨੂੰ ਇਹ ਖਿਆਲ ਰੱਖਣਾ ਚਾਹੀਦਾ, ਇਹ ਜਿਹੜੀ ਅਕਾਲੀ ਦਲ ਹੈ ਇਹ ਰੀਜਨਲ ਜਿਹੜੀਆਂ ਲੋਕਾਂ ਦੀਆਂ, ਖੇਤਰੀ ਲੋਕਾਂ ਦੀਆਂ ਐਸਪੀਰੇਸ਼ਨ ਲਈ ਸੀ ਬਣੀ, ਤੇ ਉਹ ਜੇ ਰਸਤਾ ਛੱਡ ਦਿੱਤਾ ਜਾਏਗਾ, ਉਹ ਕੋਈ ਵੀ ਪਾਰਟੀ ਹੋਵੇ ਜਿਹੜੀ ਵੀ ਖੇਤਰੀ ਪਾਰਟੀ ਇਵੇਂ ਕਰੇਗੀ ਜੋ ਅਕਾਲੀ ਦਲ ਨੇ ਪਿਛਲੇ ਸਮੇਂ 'ਚ ਕੀਤਾ, ਉਹਨੂੰ ਇਸੇ ਤਰੀਕੇ ਦੇ ਸੰਕਟ ਦਾ ਸਾਹਮਣਾ ਕਰਨਾ ਪਏਗਾ। ਇਸ ਕਰਕੇ ਮੇਰਾ ਤਾਂ ਖਿਆਲ ਹੈ ਅਕਾਲੀ ਦਲ ਨੂੰ ਪਹਿਲਾਂ ਇਸ ਗੱਲ ਦਾ ਫੈਸਲਾ ਕਰਨਾ ਪਏਗਾ ਕਿ ਉਹਨੇ ਸੈਂਟਰ ਜਿਹੜੀ ਅੱਜ ਕੱਲ੍ਹ ਸੈਂਟਰਿਕ ਪੋਲਿਟਿਕਸ ਆ ਉਹਦੇ ਨਾਲ ਜਾਣਾ ਜਾਂ ਖੇਤਰ ਦੇ ਲੋਕਾਂ ਨਾਲ ਜਾਣਾ। ਜੇ ਕੇਂਦਰ ਵੱਲ ਨੂੰ ਜਾਣਗੇ ਤਾਂ ਉਹਨਾਂ ਨੂੰ ਹੋਰ ਸੰਕਟ ਆਏਗਾ, ਜੇ ਆਪਣਾ ਰੀਜਨਲ ਜਿਹੜਾ ਬੈਲੈਂਸ ਹੈ ਉਹਨੂੰ ਸੰਤੁਲਨ ਬਣਾਉਣਗੇ ਤਾਂ ਫਿਰ ਕੋਈ ਰਸਤਾ ਨਿਕਲ ਸਕਦਾ, ਅਦਰਵਾਈਜ਼ ਇਹ ਸੰਕਟ ਮੇਰਾ ਖਿਆਲ ਖਤਮ ਹੋਣ ਵਾਲਾ ਨਹੀਂ। ਬਿਲਕੁਲ ਜੀ, ਇਹ ਜਿਹੜਾ ਇਹਨਾਂ ਦਾ ਪਿਛੋਕੜ ਹੈ ਉਹਦੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ, ਕਿਉਂਕਿ ਇਹਨਾਂ ਨੇ ਪਿਛਲੇ ਘੱਟੋ ਘੱਟ 15 ਸਾਲ ਜਿਹੜਾ ਵਰਕਿੰਗ ਕੀਤੀ ਹੈ ਪੰਜਾਬ ਦੇ ਵਿੱਚ, ਉਹ ਇੱਕ ਭਾਰਤੀ ਜਨਤਾ ਪਾਰਟੀ ਦਾ ਵਿੰਗ ਬਣ ਕੇ ਹੀ ਇੱਥੇ ਵਿਚਰੇ ਹੈ। ਤੇ ਉਹਨੇ ਸਾਰਾ ਜਿਹੜਾ ਆਧਾਰ ਹੈ, ਜਿਹੜਾ ਜਦੋਂ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਬੀਜੇਪੀ ਇਲੈਕਸ਼ਨ ਨਹੀਂ ਸੀ ਲੜਦੀ, ਉਹਨਾਂ ਦੀ ਪੋਜੀਸ਼ਨ ਪੰਜਾਬ ਵਿੱਚ 2-4 ਸੀਟਾਂ ਜਿੱਤਣ ਦੀ ਵੀ ਨਹੀਂ ਸੀ, ਤੇ ਉਹਨਾਂ ਨੂੰ ਇਹਨਾਂ ਨੇ 17 19 ਸੀਟਾਂ ਜਿਤਾ ਕੇ ਉਹਨਾਂ ਦੇ ਪੈਰ ਲਾਏ ਹੈ। ਤੇ ਹੁਣ ਉਹ ਇਸ ਹਾਲਤ ਦੇ ਵਿੱਚ ਆ ਗਏ ਹੈ ਕਿ ਉਹ ਜੇ ਅੱਜ ਦੇ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਦਾ ਉਹਨਾਂ ਸਮਝੌਤਾ ਕਰਨਾ ਹੋਵੇ ਤਾਂ ਘੱਟੋ ਘੱਟ ਉਹ ਬਰਾਬਰ ਦੀ ਪਾਰਟੀ ਬਣ ਕੇ ਉਹ ਆਉਣਗੇ। ਤੇ ਉਹ ਸਾਰਾ ਕੁਝ, ਤੇ ਹੁਣ ਉਹਨਾਂ ਨੇ ਜਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਤੇ ਵੀ ਦਖਲਅੰਦਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ, ਤੇ ਹੁਣ ਉਹ ਜਿਹੜਾ ਇੱਕ ਵੱਡੀ ਪਾਵਰ ਦੇ ਰੂਪ 'ਚ ਆਉਣਗੇ। ਜਿਹੜਾ ਅਕਾਲੀ ਦਲ ਮੇਰੇ ਖਿਆਲ ਹੁਣ ਪਛਤਾ ਰਿਹਾ, ਇਸ ਤੋਂ ਇਲਾਵਾ ਹੋਰ ਸਮੇਂ ਜਿਹੜਾ ਆ ਵਕਤੋਂ ਕੁਰਸੀ ਡੋਮਣੀ ਬੋਲੇ ਆਲ ਪਤਾਲ, ਹੁਣ ਐਪੋਜੀਸ਼ਨ ਹੋਈ ਪਈ ਹੈ। ਹੁਣ ਜਿਹੜਾ ਆ ਇਸ ਵਕਤ ਜਦੋਂ ਬਹੁਤ ਸਾਰਾ ਪਾਣੀ ਸਿਰ ਤੋਂ ਚੜ੍ਹ ਚੁੱਕਿਆ ਆ, ਇਹਨੂੰ ਦੁਬਾਰਾ ਉਸ ਹਾਲਾਤਾਂ ਦੇ ਵਿੱਚ ਲਿਆਉਣਾ ਬੜਾ ਮੁਸ਼ਕਿਲ ਕੰਮ ਹੈਗਾ। ਪ੍ਰੋਫੈਸਰ ਸਾਹਿਬ, ਇਹ ਸ਼ੋਅ 'ਚ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਅਸੀਂ ਆਪਣੇ ਦਰਸ਼ਕਾਂ ਕੋਲੋਂ ਲੈਂਦੇ ਆਗਿਆ। ਧੰਨਵਾਦ।